जी सारे दर्शकों ਨੂੰ मैं राजविंदर सिंह राजा अज के प्रोग्राम ਦੇ ਵਿੱਚ अपनी कहानी शिकली पेश कर रहा। मेरे हत्थ हल फड़ाउण वाला मेरा दादा सी, पर ਉਹਦੇ ਪਿਓ ਨੇ ਉਹਦੇ ਜੰਮਣ ਤੋਂ 6 ਮਹੀਨੇ ਪਹਿਲਾਂ ਕੱਤਕ ਦੀ ਤਪਾਲੀ ਨਾਲ ਮਰ ਗਿਆ ਸੀ। ਉਹਦੇ ਹੱਥ ਤਾਂ ਮਜਬੂਰੀ ਵਸ ਆਈ ਸੀ, पर ਉਹ ਸਿਆਣਾ ਮਨੁੱਖ ਸੀ ਤੇ ਸਿਆਣੇ ਦੀ ਸੋਚ ਗਿੱਟਿਆਂ ਤੱਕ ਨਹੀਂ ਹੁੰਦੀ। ਉਹ ਹਮੇਸ਼ਾ ਦੂਰ ਦੀ ਸੋਚਦੇ ਹਨ। ਰੱਬ ਨਾ ਕਰੇ ਕਦੋਂ ਧੁਰ ਦਰਗਾਹੋਂ ਸੁਨੇਹਾ ਆ ਜਾਵੇ, ਘਰੇ ਕੋਈ ਖੱਟਣ ਕਮਾਉਣ ਵਾਲਾ ਵੀ ਚਾਹੀਦਾ। ਬੇਸ਼ੱਕ ਫਿਕਰ ਪਰਮਾਤਮਾ ਨੂੰ ਹੈ, ਜਿਹਨੇ ਚੁੰਝ ਦਿੱਤੀ ਹੈ ਉਸਨੇ ਚੋਗਾ ਵੀ ਦੇਣਾ, ਪਰ ਉਡਾਰੀ ਤਾਂ ਆਪ ਲਾਉਣੀ ਪਊਗੀ। ਹੁਣ ਆਲਣੇ ਵਿੱਚ ਕਿੰਨੇ ਕੁ ਦਾਣੇ ਸਾਂਭੇ ਜਾ ਸਕਦੇ ਹਨ। ਹੀਲੇ ਰਿਜ਼ਕ ਬਹਾਨੇ ਮੌਤ। ਖੇਤ ਬੰਨੇ ਮਾਲ ਡੰਗਰ ਬੰਦੇ ਕ ਬੰਦੇ ਦੀ ਪਛਾਣ ਕਰਨੀ ਮੈਂ ਦਾਦੇ ਦੀ ਪੈੜ ਵਿੱਚ ਪੈੜ ਧਰ ਕੇ ਸਿੱਖੀ ਹੈ। ਸਰੋਂ ਦੀਆਂ ਓਲੀਆਂ ਲਾਉਂਦੇ ਤਾਂ ਉਹਨੇ ਕਹਿਣਾ, ਪੁੱਤਰਾ ਖੁਸ਼ੀਆ ਖੱਤਰੀ ਬਣ ਜਾ, ਹੱਥੋਂ ਦਾਣਾ ਨਹੀਂ ਛੱਡਣਾ, ਬਸ ਸਹੁੰ ਖਾ ਲੈ। ਆਪਦੀ ਹਿੰਮਤ ਨਾਲ ਜਿਹੜਾ ਨਿਕਲ ਜਾਣ ਦੇ, ਤਾਂ ਜਾ ਕੇ ਸਹੀ ਬੀਜ ਪੈਂਦਾ। ਪਹਿਲੀ ਗੱਲ ਤਾਂ ਇਹ ਕਿ ਉਹ ਕੋਈ ਵੀ ਫਸਲ ਛਿੱਟੇ ਨਾਲ ਬੀਜਣ ਹੀ ਨਹੀਂ ਦਿੰਦਾ ਸੀ। ਅਖੇ ਪੋਰ ਰਾਜਾ, ਕਿਣਕਾ ਵਜ਼ੀਰ ਤੇ ਛਿੱਟਾ ਫਕੀਰ। ਸਾਉਣ ਭਾਦੋਂ ਵਿੱਚ ਜੇ ਕਿਧਰੇ ਵਰਖਾ ਖੁੱਲ੍ਹ ਜਾਣੀ ਤਾਂ ਉਹਨੇ ਹੱਸ ਕਹਿਣਾ, ਕੋਈ ਨਾ ਚਲੋ ਦਾਣੇ ਰਲਾਉਣ ਦੀ ਕਰੋ, ਸਾਉਣੀ ਕਟੇਰ ਲਾਉਣੀ। ਪਰ ਛਿੱਟਾ ਦੇਣ ਲੱਗੇ ਤੇ ਇਹ ਗੱਲ ਘੁੱਟ ਕੇ ਪੱਲੇ ਬੰਨ੍ਹ ਲਓ। ਛਿੱਟੇ ਦੀ ਹਰੇਕ ਮੁੱਠ ਖਿਲਾਰਨ ਸਮੇਂ ਕਹਿਣਾ, ਰਾਹੀ ਪਾਂਧੀ ਦੇ ਭਾਗੀ, ਚਿੜੀ ਜਨੌਰ ਦੇ ਭਾਗੀ, ਰੱਬ ਦੇ ਬੰਦਿਆਂ ਦੇ ਭਾਗੀ। ਮੈਂ ਲਾੜ ਨਾ ਕਹਿਣਾ ਕਿ ਭਾਗੀ ਦੇ ਭਾਗੀ। ਭਾਗੀ ਸਾਡਾ ਸੀਰੀ ਸੀ। ਉਹ ਛਟਾਂਕੀ ਪਤੰਦਰਾ ਭਾਗੀ ਦਾ ਚੇਤਾ ਹੀ ਭੁੱਲ ਗਿਆ। 2-4 ਮਰਲੇ ਉਹਦੇ ਰਾਖਵੇਂ ਰੱਖੇ ਸਨ। ਗਰਮੀਆਂ ਵਿੱਚ ਗੁਆਰਾ, ਕੱਦੂ, ਕਰੇਲੇ ਆਦਿ ਅਤੇ ਸਰਦੀਆਂ ਵੇਲੇ ਮੇਥੇ ਹਾਲੋਂ ਆਦਿ ਲਵਾਉਣੇ। ਘਰ ਦੀ ਸਬਜ਼ੀ ਖਾ ਕੇ ਰੂਹ ਖੁਸ਼ ਹੁੰਦੀ ਹੈ। ਮੈਂ ਜਿੰਨਾ ਚਿਰ ਉਹਦੇ ਜੁਲ ਵਿੱਚ ਵੜ ਕੇ ਉਹਦੇ ਵੇਲੇ ਦੀਆਂ ਗੱਲਾਂ ਨਾ ਸੁਣ ਲੈਂਦਾ, ਮੈਨੂੰ ਟੇਕ ਨਾ ਆਉਂਦੀ। ਉਹਨੇ ਗਿੱਠਾਂ ਨਾਲ ਮੇਰਾ ਸਰੀਰ ਮੈਨਾ ਕਿ ਕਿੰਨਾ ਕੁ ਵੱਡਾ ਹੋ ਗਿਆ। ਜਦ ਵੱਡੇ ਹੋ ਕੇ ਕਬੀਲਦਾਰੀ ਦੀ ਗਾਲ ਪੰਜਾਲੀ ਪਾਉਣ ਜੋਗੇ ਹੋਏ ਤਾਂ ਉਹਨੇ ਕੰਨਾਂ ਕੱਢ ਲਿਆ, ਭਾਵ ਭੌਰ ਉਡਾਰੀ ਮਾਰ ਗਿਆ। ਸਾਰੀ ਜ਼ਿੰਦਗੀ ਪੁਰਾਣੀ ਕੂੰਜ ਵਾਂਗੂ ਅੱਗੇ ਲੱਗ ਕੇ ਅਗਵਾਈ ਕਰਨ ਵਾਲੇ ਦੀ ਮਰਨ ਵਾਲੇ ਦਿਨ ਜ਼ਬਾਨ ਠਾਕੀ ਗਈ। ਉਹਦੇ ਹਾਣੀ ਅੱਜ ਵੀ ਪਿੰਡ ਵਿੱਚ ਵਸਦੇ ਆ, ਉਹਨਾਂ ਨਾਲ ਹੱਸ ਖੇਡ ਲਈਦਾ। ਪਰ ਕਬੀਲਦਾਰੀ ਦੇ ਛੱਲੀ ਵਾਂਗੂ ਕਈ ਪੜਦੇ ਹਨ, ਜਿਹੜੇ ਹਰੇਕ ਸਾਹਮਣੇ ਨਹੀਂ ਖੋਲ੍ਹੇ ਜਾ ਸਕਦੇ। ਕੁਆਰਿਆਂ ਨੂੰ ਨਾਨਕੇ ਅਤੇ ਵਿਆਹਾਂ ਨੂੰ ਸਹੁਰੇ ਪਿਆਰੇ ਲੱਗਦੇ ਆ। ਇਸੇ ਗੱਲ ਨੂੰ ਸੱਚ ਸਾਬਤ ਕਰਨ ਲਈ ਮੇਰੀ ਭੂਆ ਦੇ ਦੋਵੇਂ ਲੜਕੇ ਕੈਨੇਡਾ ਵਿੱਚੋਂ ਆਪਣੀ ਸਾਲੀ ਦਾ ਵਿਆਹ ਕਰਨ ਵਾਸਤੇ ਆਏ ਸਨ। ਸਾਲੀ ਵੀ ਫੈਮਿਲੀ ਕੇਸ ਨਾਲ ਭਾਬੀਆਂ ਨੇ ਮਾਂ ਪਿਓ ਨਾਲ ਬਾਹਰ ਮੰਗਾਈ ਸੀ। ਅੱਗੇ ਵੇਲਾ ਹੁੰਦਾ ਸੀ ਕਿਹੜੇ ਪਿੰਡ ਢੁਕਣਾ ਹੈ, ਕਿਹੜੀ ਪੱਤੀ ਜੰਝ ਜਾਣੀ ਹੈ ਅਤੇ ਉਹਦਾ ਤਾਰਾ ਕਿਹੜੀ ਧਰਮਸ਼ਾਲਾ ਵਿੱਚ ਹੈ। ਹੁਣ ਤਾਂ ਸਾਲੇ ਕਾਰਡ ਵੀ ਅੰਗਰੇਜ਼ੀ ਵਿੱਚ ਛਾਪਦੇ ਆ ਅਤੇ ਵਿਆਹ ਵੀ ਪੈਲਸਾਂ 'ਚ ਹੁੰਦੇ ਆ। ਬਸ ਉਹਦਾ ਨਾਂ ਯਾਦ ਰੱਖੋ। ਸਵੇਰੇ ਵੜ ਜਾਓ ਪੈਲਸਾਂ ਵਿੱਚ ਅਤੇ ਸ਼ਾਮ ਤੱਕ ਜਿਵੇਂ ਜੱਟ ਵਿਸਾਖ ਵਿੱਚ ਤੂੜੀ ਲਿੱਦੜ ਕੋਠੇ ਵਿੱਚ ਪਾਉਂਦਾ, ਐਂ ਭਰੀ ਚੱਲੋ। ਦੋਵੇਂ ਭਰਾ ਕਹਿੰਦੇ ਅਸੀਂ ਇਕੱਠੇ ਆਏ ਹਾਂ ਵੈਨਕੂਵਰ ਤੋਂ। ਜਦੋਂ ਵਿਹਲੇ ਹੁੰਦੇ ਸੀ ਬਸ ਵਿਆਹ ਦੀਆਂ ਤਿਆਰੀ ਦੀਆਂ ਗੱਲਾਂ ਕਰਦੇ ਸਾਂ। ਮੇਰੇ ਕੁਝ ਕੁ ਰਿਸ਼ਤੇਦਾਰ ਮੇਰੇ ਸਮੇਤ ਉਹਨਾਂ ਤਿਆਰ ਕਰ ਲਏ ਬਈ ਸਾਡੇ ਨਾਲ ਵਿਆਹ 'ਤੇ ਚੱਲੋ। ਸਾਡੇ ਪਿੰਡਾਂ ਦੀ ਜਾਗੋ ਸ਼ਹਿਰ ਜਾ ਕੇ ਲੇਡੀ ਸੰਗੀਤ ਬਣ ਗਈ। ਰੋਟੀ ਵਾਲੀ ਰਾਤ ਅਸੀਂ ਪਹੁੰਚ ਗਏ। ਅੱਜ ਕੱਲ੍ਹ ਦੁਕਾਨਦਾਰ ਸਿੱਲਾਂ ਵਾਲੀ ਜਾਗੋ ਚੁਕਾ ਦਿੰਦੇ ਹਨ ਕਿ ਭੈਣ ਜੀ ਤੁਹਾਡੇ ਮਹਿੰਗੇ ਕੱਪੜੇ ਅਸਲੀ ਜਾਗੋ ਦਾ ਤੇਲ ਡੁੱਲ ਕੇ ਖਰਾਬ ਨਾ ਹੋ ਜਾਣ। ਰਾਤ ਨੂੰ ਨਾਨਕੇ ਮੇਲ ਦੇ ਸਿਰ 'ਤੇ ਅਸਲੀ ਜਾਗੋ ਵੇਖ ਮਨ ਬਾਗੋ ਬਾਗ ਹੋ ਗਿਆ। ਸ਼ੁਕਰ ਹੈ ਹਾਲੇ ਪੰਜਾਬੀ ਸੱਭਿਆਚਾਰ ਦਾ ਪੂਰਾ ਬੀਜ ਨਸ਼ਟ ਨਹੀਂ ਹੋਇਆ। ਚੱਲੋ ਬਈ ਕਾਕਾ ਜੀ ਬੋਲੀਆਂ ਪਾਉਣ ਜੋਗੇ ਹੋ ਜਾਓ। ਸੋਫੀ ਬੰਦਾ ਤਾਂ ਐਵੇਂ ਨਵੀਂ ਵਿਆਹੀ ਵਾਂਗੂ ਨਖਰੇ ਜੇ ਕਰੀ ਜਾਂਦਾ ਹੈ। ਘੁੱਟ ਅੰਦਰ ਗਈ ਹੋਵੇ ਤਾਂ ਮਨ ਕਾਟੋ ਵਾਂਗ ਟਪੂਸੀਆਂ ਲਾਉਣ ਲੱਗ ਜਾਂਦਾ ਹੈ। ਫਿਰ ਭਾਵੇਂ ਕਾਟੋ ਫੁੱਲ ਛੱਡ ਕੇ ਬੀਰੀ 'ਤੇ ਚੜ੍ਹ ਜਾਵੇ, ਬਸ ਫੇਰ ਕੀ ਬੋੜ ਪੱਕੇ ਨੂੰ ਅਤੇ ਜਵਾਨੀ ਧੱਕੇ ਨੂੰ ਮੰਨਦੀ ਹੈ। ਸਾਰੇ ਡਟ ਗਏ। ਨਾਲੇ ਮੇਲਣਾ ਵੀ ਨਿਖਰੀਆਂ ਫਾਇਦੀਆਂ ਸਨ। ਘੁੱਟਕ ਲੱਗੀ ਤੋਂ ਤੋਕੜਾਂ ਵੀ ਵਧੀਆ ਲੱਗਦੀਆਂ। ਇੱਕ ਵੱਲੀ ਇਸ਼ਾਰਾ ਕਰਕੇ ਸਾਡਾ ਮੇਲੀ ਕਹਿੰਦਾ, ਉਹ ਕਿਹੜੀ ਯਾਰ ਹਾਣ ਦੀ ਮਤਾਬੀ ਡੱਬੀ ਵਾਂਗੂ ਲਿਸ਼ਕ ਰਹੀ ਹੈ। ਯਾਰ ਤੁਹਾਡੀ ਭਾਬੀਆਂ ਦੀ ਮਾਸੀ ਦੀ ਕੁੜੀ ਆ, ਉਹ ਗੁਲਾਬੀ ਸੂਟ ਵਾਲੀ ਮਾਸੀ ਸੱਸ ਦੀ। ਮਾਸੀ ਦੀ ਕੁੜੀ ਹੋ ਤੇਰੀ, ਜਿਹੋ ਜੀ ਘੋੜੀ ਉਹੋ ਜੀ ਵਿਸ਼ੇਰੀ।
ਮਾਸੀ ਵੀ ਮਕਰਾਣੇ ਦੇ ਪੱਥਰ ਵਾਂਗੂ ਲਿਸ਼ਕੋਰੇ ਮਾਰ ਰਹੀ ਸੀ। ਬਾਈ ਸਹੁਰੇ ਸਾਡੇ ਆ ਕਿ ਤੁਹਾਡੇ ਨਹੀਂ, ਹੋਰ ਨਾ ਜਾਗੋ ਕੱਢਣ ਆਏ, ਜਲੂਸ ਕਢਾ ਕੇ ਜਾਇਓ। ਇਹ ਪਿੰਡ ਦੀਆਂ ਭੋਲੀਆਂ ਭਾਲੀਆਂ ਪਾਥੀਆਂ ਪੱਥਣ ਵਾਲੀਆਂ ਨਾ ਸਮਝ ਲਿਓ, ਇਹ ਸ਼ਹਿਰ ਨਾ ਹਨ। ਕਿਸੇ ਨੇ ਆ ਕੇ ਪਟੇ ਨੂੰ ਬਰੋਜਾ ਲਾਤਾ, ਬਈ ਮਾਰੋ ਹਿੰਮਤ, ਮਿਲਣਾ ਤਿਆਰ ਹੋ ਕੇ ਜਾਗੋ ਕੱਢਣ ਵਾਸਤੇ ਚੱਲੀਆਂ। ਸਾਰੇ ਉੱਠ ਕੇ ਦਾਇਰੇ ਵਿੱਚ ਆ ਗਏ ਤੇ ਗਿੱਧਾ ਮੱਗ ਪਿਆ। ਮੁਹੱਲੇ ਵਿੱਚ ਚੰਗਾ ਅਸਰ ਰਸੂਖ ਹੋਣ ਕਾਰਨ ਜਾਗੋ ਲੈ ਕੇ ਤੁਰ ਪਏ। ਜਿਹਦੇ ਘਰੇ ਜਾਣਾ ਉਹਨਾਂ ਦੀਆਂ ਔਰਤਾਂ ਨੇ ਜਾਗੋ ਵਿੱਚ ਤੇਲ ਪਾ ਦੇਣਾ ਤੇ ਬੰਦਿਆਂ ਨੇ ਸਾਡੇ ਵਿੱਚ ਮਤਲਬ ਦਾਰੂ ਪਿਆ ਦੇਣੀ। ਇੱਕ ਘਰੇ ਬਾਬਾ ਦੇਸੀ ਬਣਾਈ ਬੈਠਾ, ਕਹਿੰਦਾ ਨਾਗ ਦੀ ਜੀਭ ਵਰਗੀ ਦਾ ਸਵਾਦ ਦੇਖੋ ਕਾਕਾ। ਇਹ ਨਾਨਕਾ ਮੇਲ ਦਾ ਹੱਕ ਹੁੰਦਾ ਖਰੂਦ ਪੱਟਣ ਦਾ। ਉਹ ਚੁੱਲ੍ਹੇ ਬਨੇਰੇ ਦੇ ਛੱਜ ਇਸ ਕਰਕੇ ਤੋੜਦੇ ਹਨ, ਇਹਨਾਂ ਬੰਦਸ਼ਾਂ ਨੇ ਉਹਨਾਂ ਦੀ ਧੀ ਦੀ ਆਜ਼ਾਦੀ 'ਤੇ ਰੋਕ ਲਾ ਰੱਖੀ ਹੈ। ਅੱਜ ਉਹ ਇਹ ਚੀਜ਼ਾਂ ਤੋੜ ਕੇ ਜਾਣਗੇ। ਜੀਜਾ ਵਾਰ ਦੇ ਦੀਵਾਨੀ ਖੋਟੀ, ਸਾਲੀਆਂ ਦਾ ਮਾਂ ਰੱਖ ਲੈ। ਕਹਿਣ ਦੀ ਦੇਰ ਸੀ, ਜਿਵੇਂ ਹੜੰਬਾ ਤੂੜੀ ਕੱਢਦਾ ਇਵੇਂ ਅਸੀਂ ਨੋਟ ਉਡਾ ਦਿੱਤੇ। ਆਥਣ ਦੇ ਚਵਾਰੇ ਚੜ੍ਹਨ ਲੱਗੇ ਸਾਂ। ਭੂਆ ਦੇ ਪੁੱਤਾਂ ਦਾ ਪੀਣ ਦਾ ਹਿਸਾਬ ਹੁਣ ਕੈਨੇਡਾ ਵਾਲਾ ਹੋ ਗਿਆ ਸੀ। ਬਾਕੀ ਉਹਨਾਂ ਨੇ ਕਾਰ ਵਿਹਾਰ ਵੀ ਕਰਨੇ ਸਨ। ਜਦ ਗੁੱਡੇ ਵਾਂਗੂ ਗੋਤੇ ਖਾਣ ਲੱਗੇ ਤਾਂ ਉਹਨਾਂ ਸਾਨੂੰ ਕਿਸੇ ਦੀ ਕੋਠੀ ਵਿੱਚ ਪਾਉਣ ਦਾ ਇੰਤਜ਼ਾਮ ਕੀਤਾ। ਭਾਂਤ ਦੀ ਪੀਤੀ ਕਰਕੇ 2 ਵਜੇ ਸਿਰ ਵਿੱਚ ਢੋਲਕੀਆਂ ਛੈਣੇ ਵੱਜਣ ਲੱਗ ਪਏ। ਮਚਲਾ ਜਿਹਾ ਹੋ ਕੇ ਰਜਾਈ ਵਿੱਚ ਪਿਆ ਰਿਹਾ। ਨਾਲਦਿਆਂ ਦੇ ਘਰਾੜੇ ਘਰਾਟਾਂ ਵਾਂਗੂ ਚੱਲ ਰਹੇ ਸਨ। ਪਾਸੇ ਮਾਰਦੇ ਨੂੰ 4 ਵੱਜ ਗਏ। ਮਣਾ ਉੱਠ ਕੇ ਵੇਖੀਏ, ਸ਼ਾਇਦ ਕੋਈ ਘਰ ਦਾ ਜੀ ਉੱਠ ਖੜਿਆ ਹੋਵੇ। ਉਹਨੂੰ ਕਹੀਏ ਘੁੱਟ ਚਾਹ ਪਿਆ ਦੇ, ਸ਼ਾਇਦ ਸਿਰ ਹਟ ਜਾਵੇ। ਇਹ ਸੋਚ ਕੇ ਮੈਂ ਬਿਸਤਰੇ ਨੂੰ ਫਤਿਹ ਬੁਲਾਈ ਤੇ ਪੌੜੀਆਂ ਉਤਰ ਕੇ ਲਾਬੀ ਵਿੱਚ ਆ ਗਿਆ। ਸਾਹਮਣੇ ਮਾਤਾ ਬੈਠੀ ਟੀਵੀ 'ਤੇ ਕੀਰਤਨ ਸੁਣ ਰਹੀ ਸੀ। ਸਿਰ ਨਵਾ ਕੇ ਮੈਂ ਕੋਲ ਸੋਫੇ 'ਤੇ ਬੈਠ ਗਿਆ। ਨਾ ਪੁੱਤ ਠੰਡ ਹੈ, ਆ ਜਾ ਮੇਰੀ ਪੈਣ ਦੀ ਰਜਾਈ ਵਿੱਚ ਬੈਠ ਜਾ ਤੇ ਬੈਠ ਜਾ, ਮੈਂ ਤੇਰੇ ਵਾਸਤੇ ਥਰਮੋਸ਼ ਵਿੱਚੋਂ ਚਾਹ ਲੈ ਕੇ ਆਉਂਦੀ ਹਾਂ। ਪੁੱਤ ਕਿਹੜੇ ਪਿੰਡੋਂ ਆਇਆ ਹੈ, ਇਹਨਾਂ ਨਾਲ ਕੀ ਸਕੀਰੀ ਹੈ, ਰਾਤ ਸੌਖੀ ਲੰਘ ਗਈ ਸੀ। ਚਾਹ ਦੇ ਕੱਪ ਨਾਲ ਉਹਨੇ ਬਿਸਕੁਟਾਂ ਦੀ ਥਾਂ 'ਤੇ ਕਈ ਸਵਾਲ ਮੇਰੇ ਮੂਹਰੇ ਧਰ ਦਿੱਤੇ। ਮਾਤਾ ਮੋਗੇ ਕੋਲ ਮੇਰਾ ਪਿੰਡ ਹੈ। ਵਿਆਹੰਦੜ ਮੇਰੀ ਭੂਆ ਦੇ ਮੁੰਡਿਆਂ ਦੀ ਸਾਲੀ ਹੈ। ਅਸੀਂ ਤਾਂ ਉਹਨਾਂ ਦੇ ਪਾਛੂ ਹਾਂ। ਬਾਕੀ ਕਣਕ ਬੀਜ ਕੇ ਵਿਹਲੇ ਸਾਂ, ਕੁੱਖਾਂ ਕੱਢਣ ਆ ਗਏ। ਬਾਬਾ ਜੀ ਉੱਪਰ ਸਰਸਵਤੀ ਦੀ ਬੜੀ ਕਿਰਪਾ ਲੱਗਦੀ ਹੈ। ਬੜਾ ਸੋਹਣਾ ਕੀਰਤਨ ਕਰ ਰਹੇ ਹਨ। ਸਾਡੇ ਪਹਿਲੀ ਗੱਲ ਤਾਂ ਕੀਰਤਨ ਕਰਨ ਵਾਲਾ ਮਿਲਦਾ ਨਹੀਂ। ਜੇ ਚੰਗਾ ਮਿਲ ਜਾਵੇ ਤਾਂ ਲੋਕ ਨਹੀਂ ਬਖਸ਼ਦੇ। ਇੱਕ ਵਾਰੀ ਕਿਸੇ ਦੀ ਕੁੜੀ ਦਾ ਰਿਸ਼ਤਾ ਚੰਗੇ ਘਰ ਹੋ ਗਿਆ। ਅਗਲਿਆਂ ਨੇ ਵਧੀਆ ਵਿਆਹ ਉਹ ਵੀ ਪੈਲਸ ਵਿੱਚ ਮੰਗ ਲਿਆ। ਉਹਨਾਂ ਛੜੇ ਤਾਏ ਵਾਲੀ 'ਤੇ ਅੰਗੂਠਾ ਲਵਾ ਲਿਆ। ਉਹਦੇ ਬਦਲੇ ਤਾਏ ਨੂੰ ਚਿੱਟੇ ਬਗਲੇ ਵਰਗਾ ਸੂਟ ਸਵਾ ਦਿੱਤਾ ਤੇ ਪੈਰਾਂ ਵਿੱਚ ਉਸਨੇ ਆਪ ਕੁੱਸਾ ਲੈ ਕੇ ਪਾ ਲਿਆ। ਹਰੇਕ ਮੇਲੀ ਉਹਨੂੰ ਟੀਚਰ ਕਰਕੇ ਆਖੇ ਬਈ ਅੱਜ ਤਾਂ ਜੋਗਰਾ ਜੀ ਬਣਿਆ ਫਿਰਦਾ। ਉਹਦੀ ਮੜਕ ਹੋਰ ਵੱਧ ਜਾਵੇ। ਜਦ ਆਨੰਦ ਕਾਰਜ ਹੋਣ ਲੱਗੇ ਤਦ ਰਾਗੀ ਵਧੀਆ ਰਾਗ ਲਾਉਣ ਲੱਗ ਪਿਆ। ਉੱਧਰੋਂ ਪੈਲਸ ਵਿੱਚੋਂ ਸੁਨੇਹੀ ਆਈ ਜਾਣ, ਆਹ ਮੁੱਕ ਗਿਆ। ਰਾਗੀ ਸਿੰਘ ਸ਼ਬਦ ਪੜ੍ਹ ਰਿਹਾ ਸੀ। ਹਮ ਘਰ ਸਾਜਣ ਆਏ। ਤਾਏ ਤੋਂ ਰਿਹਾ ਨਾ ਗਿਆ। ਕਹਿੰਦਾ ਬਈ ਸਾਜਨ ਐਵੇਂ ਨਹੀਂ ਆਏ, ਇਹ ਤੁਹਾਡੇ ਘਰੇ ਨਾ ਆ ਗਏ। ਸਾਡੇ ਹੀ ਘਰੇ ਕਿਉਂ ਆਏ ਨੇ? ਨਿਆਈ ਵਾਲੀ 2 ਕਿੱਲੇ ਚੱਕੀ ਆ, ਫੇਰ ਆਏ ਨੇ। ਪੁੱਤ ਬਾਜੇ ਬੰਦੇ ਦਾ ਮੂੰਹ ਫੜ ਲੈਣਾ। ਹਰੇਕ ਬੰਦੇ ਨੂੰ ਰੱਬ ਇੱਕੋ ਜਿਹੀ ਅਕਲ ਕਿੱਥੇ ਦਿੰਦਾ ਹੈ? ਪੁੱਤ ਇਹ ਤਾਂ ਗੁਰਦੁਆਰਾ ਦੁੱਖ ਨਿਵਾਰਨ ਤੋਂ ਕੀਰਤਨ ਚੱਲ ਰਿਹਾ ਹੈ। ਆਹ ਲਾਗੇ ਹੀ ਹੈ, 10 ਮਿੰਟ ਲੱਗਦੇ ਆ। ਮੈਨੂੰ ਤਾਂ ਔਂਤਰੇ ਗੋਡਿਆਂ ਨੇ ਮਾਰ ਲਿਆ। ਸਿਆਲਾਂ ਵਿੱਚ ਆ ਕੇ ਜਵਾਕ ਦੀ ਹਿੱਕ ਵਾਂਗੂ ਜਾਮ ਹੋ ਜਾਂਦੇ ਹਨ। ਗਰਮੀਆਂ ਵਿੱਚ ਤਾਂ ਬਿਨ ਨਾਗੇ ਜਾ ਆਉਂਦੀ ਸੀ। ਚਲੋ ਠੀਕ ਆ ਮਾਤਾ ਜੀ, ਮੈਂ ਮਾੜਾ ਜਿਹਾ ਦਾਤਨ ਕੋਰਲਾ ਕਰ ਲਵਾਂ। ਨਾਲਦਿਆਂ ਨੇ ਕਿਹੜਾ ਉੱਠ ਕੇ ਪੱਠੇ ਪਾਉਣੇ ਹਨ, ਕੀ ਪਤਾ ਕਦੋਂ ਉੱਠਣ। ਇਹ ਆ ਕੇ ਮੈਂ ਗੁਸਲਖਾਨੇ ਵਿੱਚ ਵੜ ਗਿਆ। ਇਸ਼ਨਾਨ ਕਰਦੇ ਮੇਰੇ ਮਨ ਵਿੱਚ ਆਇਆ ਕਿ ਸਵੇਰੇ ਤਾਂ ਹਰ ਇਨਸਾਨ ਆਪ ਹੀ ਨਹਾ ਲੈਂਦਾ ਹੈ, ਪਰ ਕੱਲ੍ਹ ਦਾ ਕੀ ਪਤਾ, ਖਬਰੇ ਕੱਲ੍ਹ ਨੂੰ 4 ਭਰਾਵਾਂ ਨੇ ਨਹਾਉਣਾ ਹੈ। ਚੱਲ ਛੱਡ ਯਾਰ। ਸਵੇਰੇ ਕੀ ਸੋਚਣ ਲੱਗ ਪਿਆ। ਨਾ ਰਾਈ ਵਧੇ ਨਾ ਤਿਲ ਘਟੇ, ਜੋ ਲਿਖੀ ਕਰਤਾਰ। ਅੰਮ੍ਰਿਤ ਵੇਲਾ, ਬੜਾ ਸ਼ਾਂਤ ਮਾਹੌਲ। ਗੁਰਦੁਆਰੇ ਵਿੱਚ ਬੜੀ ਰੌਣਕ ਸੀ। ਰਮਾਲ ਦੀਆਂ 2 ਕੰਨੀਆਂ ਇਕੱਠੀਆਂ ਕਰਕੇ ਮੈਂ ਗਿੱਚੀ 'ਤੇ ਗੰਢ ਦੇ ਲਈ। ਬੂਹੇ ਲੱਗੇ ਸ਼ੈਂਕ ਉੱਪਰ ਮੈਂ ਦੁਬਾਰਾ ਹੱਥ ਸੁੱਚੇ ਕੀਤੇ ਅਤੇ ਚਰਨ ਗੰਗਾ ਵਿੱਚ ਪੈਰ ਡੁਬੋ ਕੇ ਅੰਦਰ ਲੰਘ ਗਿਆ। ਮਨੋ ਮਣੀ ਅਰਦਾਸ ਕੀਤੀ ਤੇ ਬੈਠ ਗਿਆ। ਹਜ਼ੂਰੀ ਰਾਗੀ ਕਵਿਤਾ ਪੜ੍ਹ ਰਹੇ ਸਨ। ਆਨੰਦਾ ਦੀਏ ਪੂਰੀਏ, ਆਖਰੀ ਸਲਾਮ ਨੀ,
ਆਉਂਦੇ ਜਾਂਦੇ ਰਾਹੀਆਂ ਨੂੰ ਦਿੰਦੀ ਰਹੀ ਪੈਗਾਮ ਨਹੀਂ। ਮਨ ਵੈਰਾਗ ਨਾਲ ਭਰ ਗਿਆ ਤੇ ਅੱਖਾਂ ਛਲਕ ਪਈਆਂ। ਅੱਜ ਇਨਸਾਨ ਮਾੜਾ ਜਿਹਾ ਦੁੱਖ ਨਹੀਂ ਸਹਾਰ ਸਕਦਾ। ਇੱਕ 10ਵੇਂ ਪਾਤਸ਼ਾਹ ਸਨ ਜਿਨ੍ਹਾਂ ਨੇ ਹਰ ਤਕਲੀਫ ਖਿੜੇ ਮੱਥੇ ਸਵੀਕਾਰ ਕੀਤੀ। ਨਮਸਕਾਰ ਕਰਕੇ ਮੈਂ ਬਾਹਰ ਆ ਗਿਆ। ਪ੍ਰਸ਼ਾਦ ਲੈ ਕੇ ਪਿੱਛੇ ਹਟਣ ਲੱਗੇ ਨੂੰ ਇੱਕ ਸੇਵਾਦਾਰ ਨੇ ਨਾਲ ਦੇ ਹਾਲ ਵਿੱਚ ਚੱਲ ਰਹੇ ਚਾਹ ਦੇ ਬਰੇਡਾਂ ਦੇ ਲੰਗਰ ਛਕ ਕੇ ਜਾਣ ਨੂੰ ਕਿਹਾ। ਪੰਗਤ 'ਚ ਬੈਠ ਕੇ ਮੈਂ ਚਾਹ ਬਰੈਡ ਛਕਣ ਲੱਗ ਪਿਆ। ਆਉਂਦੀ ਜਾਂਦੀ ਸੰਗਤ ਨੂੰ ਨਿਹਾਰਦੇ ਮੇਰਾ ਧਿਆਨ ਸਾਹਮਣੇ ਵਾਲੀ ਪੰਗਤ ਵਿੱਚ ਥੰਮ ਨਾਲ ਢੋਲ ਲਾਈ ਬੈਠੇ ਇੱਕ ਚਿੱਟ ਦਾੜ੍ਹੀਏ ਬਜ਼ੁਰਗ ਉੱਤੇ ਪਿਆ। ਉਹਨਾਂ ਦੀ ਬਾਚੀ ਬਿਲਕੁਲ ਮੇਰੇ ਦਾਦੇ ਵਰਗੀ ਸੀ। ਉਹੀ ਜੁੱਸਾ ਹਰੇਕ ਕੋਲੋਂ ਲੰਘਣ ਵਾਲੇ ਨੂੰ ਉਹ ਨੀਝ ਨਾਲ ਵਾਚ ਰਿਹਾ ਸੀ। ਉਹਨੂੰ ਇਸ ਤਰ੍ਹਾਂ ਕਰਦੇ ਵੇਖ ਮੇਰੇ ਮਨ ਵਿੱਚ ਕਈ ਵਿਚਾਰ ਆਏ। ਕਿਧਰੇ ਆਪਣੀ ਸੰਗਤ ਨਾਲੋਂ ਤਾਂ ਨਹੀਂ ਵਿਛੜ ਗਿਆ, ਜਾਂ ਕਿਸੇ ਨੇ ਜੇਬ ਕਤਰੇ ਦੇ ਢਿੱਕੇ ਤਾਂ ਨਹੀਂ ਚੜ੍ਹ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਉਹਨੇ ਬਾਬੇ ਦੇ ਗੀਸੇ ਦਰਸ਼ਨ ਕਰ ਲਏ ਹੋਣ। ਬਾਬੇ ਤੋਂ ਮੈਨੂੰ ਜ਼ਰੂਰ ਕਣਸੋ ਲੈਣੀ ਚਾਹੀਦੀ ਹੈ। ਪੈਰ ਜੁੱਤੀ ਪਾਉਣ ਲੱਗੇ ਬਾਬੇ ਨੂੰ ਮੈਂ ਜਾ ਫਤਿਹ ਬੁਲਾਈ। ਫਤਿਹ ਦਾ ਜਵਾਬ ਦੇ ਕੇ ਬਾਬਾ ਪਰਾਂ ਬਣੀ ਥੜੀ ਵੱਲ ਔਲਿਆ ਤੇ ਧੁੱਪ ਵਾਲੀ ਮੂੰਹ ਕਰਕੇ ਖੇਤ ਦੀ ਬੁੱਕਲ ਨੂੰ ਕੱਸ ਕੇ ਬੈਠ ਗਿਆ। ਪਰ ਮੈਂ ਹਾਰ ਮੰਨਣਾ ਮੇਰੇ ਸੁਭਾਅ ਵਿੱਚ ਨਹੀਂ ਸੀ। ਇਸੇ ਆਸ ਨਾਲ ਮੈਂ ਬਾਬਾ ਜੀ ਨੂੰ ਫਿਰ ਜਾ ਹਾਲ ਪੁੱਛਿਆ। ਤਕੜੇ ਹੋ ਬਾਬਾ ਜੀ, ਕਿਵੇਂ ਗੁਆਚੇ ਫਿਰਦੇ ਹੋ ਮਜ਼ਦੂਰਾਂ ਦੀ ਮਾਂ ਵਾਂਗੂ? ਸ਼ੁਕਰ ਹੈ ਕਾਲਗੀਆਂ ਵਾਲੇ ਦਾ, ਸੋਹਣੇ ਦਿਹਾੜੇ ਲੰਘੀ ਜਾਂਦੇ ਹਨ। ਹੈ ਤਾਂ ਬਾਬਾ ਦਿਹਾੜੇ ਲੰਘਾਉਣ ਵਾਲੀ ਗੱਲ, ਹੋਰ ਕਿਹੜਾ ਆਪਾਂ ਇੱਥੇ ਮਹਿਲ ਪਾਉਣੇ ਆ। ਐਵੇਂ ਬੰਦੇ ਨੂੰ ਪੁੱਠੀ ਘਮਾਲੀ ਦੇ ਕੇ ਛੱਡਿਆ। ਮੇਰੀ ਕਰਦਾ ਫਾਇਦਾ। ਆਹ ਗੁਰੂ ਘਰੇ ਆ ਕੇ ਸਕੂਨ ਮਿਲ ਗਿਆ। ਰਾਗੀ ਸਿੰਘਾਂ ਦਾ ਵਿਰਾਗਮਈ ਕੀਰਤਨ ਰੂਹ ਨੂੰ ਝੰਜੋੜ ਰਿਹਾ। ਇੱਕ ਇੱਕ ਬੋਲ ਤੋਂ ਅੰਦਰ ਤੱਕ ਵਰਸ਼ੀ ਵਾਂਗੂ ਖੁੱਬਦਾ ਜਾਂਦਾ। ਪੁੱਤਰਾ ਹੈ ਤਾਂ ਆਪਾਂ ਉਹਦੇ ਪੁੱਤ ਧੀਆਂ, ਤਦੇ ਉਹਦੀ ਗੋਦੀ ਵਿੱਚ ਆ ਕੇ ਨਿੱਘ ਮਿਲਦਾ, ਕਿਉਂਕਿ ਉਹ ਆਪਣਾ ਮੂਲ ਹੈ। ਬਾਕੀ ਪੁੱਤਰਾ ਦਰਦ ਜਿਉਂਦੀਆਂ ਰੂਹਾਂ ਨੂੰ ਹੁੰਦਾ ਹੈ, ਮਰ ਚੁੱਕੀਆਂ ਨੂੰ ਨਹੀਂ। ਪਰ ਬਾਪੂ ਜੀ ਰੂਹ ਤਾਂ ਅਮਰ ਹੈ, ਇਹ ਤਾਂ ਕਦੇ ਨਹੀਂ ਮਰਦੀ। ਪੁੱਤ ਸਹੀ ਕਿਹਾ। ਜਿਸ ਤਰ੍ਹਾਂ ਸਾਡੇ ਕਾਰ ਵਿਹਾਰ ਜਾਂ ਸਾਡੀ ਸੋਚ ਹੈ, ਉਸੇ ਤਰ੍ਹਾਂ ਦਾ ਸਰੀਰ ਸਾਡੀ ਰੂਹ ਨੂੰ ਮੌਤ ਮਗਰੋਂ ਮਿਲ ਜਾਂਦਾ ਹੈ। ਰੂਹ ਨੂੰ ਕਦੇ ਚੈਨ ਨਹੀਂ ਆਉਂਦਾ ਤੇ ਨਾ ਹੀ ਮੌਤ। ਜੇ ਸਰੀਰ ਵਿੱਚ ਵੜ ਜਾਵੇ ਉਹੀ ਪਿਆਰਾ ਲੱਗਦਾ ਹੈ। ਉਹ ਸਰੀਰ ਨੂੰ ਬਚਾ ਕੇ ਰੱਖਦੀ ਹੈ। ਭਾਵੇਂ ਕੀੜੀ ਨੂੰ ਛੇੜ ਲੈ, ਉਹ ਵੀ ਜਾਨ ਬਚਾਉਣ ਮਾਰੀ ਦੰਦੀ ਵੱਢਦੀ ਹੈ। ਪਰ ਕਈ ਸਰੀਰਾਂ 'ਚ ਰੂਹ ਮਰੀ ਹੁੰਦੀ ਹੈ। ਬਸ ਉਹ ਬੁੱਤ ਬਣ ਕੇ ਮੇਰੇ ਵਾਂਗੂ ਤੁਰੇ ਫਿਰਦੇ ਆ, ਤੁਹਾਡੇ ਵਾਂਗੂ। ਪਰ ਤੁਸੀਂ ਤਾਂ ਬੜੀ ਗੌਰ ਨਾਲ ਕੀਰਤਨ ਦਾ ਆਨੰਦ ਮਾਣ ਰਹੇ ਸੀ। ਬਸ ਪੁੱਤਰਾ ਹੁਣ ਤਾਂ ਮਜਬੂਰੀ ਬਣ ਗਈ ਹੈ। ਤੂੰ ਕੀ ਲੈਣਾ, ਖੁੱਲ੍ਹ ਕੇ ਗੁਰੂ ਘਰੇ ਦਰਸ਼ਨ ਕਰ। ਜਵਾਨੀ ਚੌੜ ਨੂੰ ਤੇ ਖਰਬੂਜਾ ਔੜ ਨੂੰ ਮੰਨਦਾ। ਕਿਉਂ ਆਪਣੇ ਦਿਮਾਗ ਦੀਆਂ ਮੇਰੇ ਪਿੱਛੇ ਘੀਸੀਆਂ ਕਰਾਉਂਦਾ ਹੈ? ਨਵਾਂ ਖੂਨ ਆ ਤੇਰਾ, ਬਥੇਰੇ ਹੋਰ ਝਮੇਲਿਆ ਤੇਰੀ ਜਾਨ ਨੂੰ। ਇੰਨਾ ਆਖ ਬਜ਼ੁਰਗ ਨੇ ਖੇਸ ਨਾਲ ਫਿਰ ਮੂੰਹ ਢੱਕ ਲਿਆ। ਮੇਰੇ ਲਈ ਬਾਬਾ ਅਲਾਦੀਨ ਦੇ ਚਿਰਾਗ ਵਰਗਾ ਸੀ, ਜਾਂ ਸਮਝ ਲਓ ਨਾਲੇ ਦੀ ਗੋਲ ਗੰਢ ਵਰਗਾ। ਮੈਥੋਂ ਸਿਰਾ ਲੱਭਦੇ ਤੋਂ ਗੰਢ ਹੋਰ ਪੀਚੀ ਗਈ। ਬਾਪੂ ਜੀ ਦੁੱਖ ਵੰਡਿਆਂ ਦੁੱਖ ਘਟ ਜਾਂਦਾ ਤੇ ਖੁਸ਼ੀ ਵੰਡਿਆਂ ਦੂਣੀ ਹੋ ਜਾਂਦੀ ਹੈ। ਮੁਸੀਬਤਾਂ ਕਿਸ ਉੱਪਰ ਨਹੀਂ ਪੈਂਦੀਆਂ। ਪਸ਼ੂ ਪੰਛੀ ਪੇੜ ਪੌਦੇ ਚੰਨ ਸੂਰਜ ਕੋਈ ਵੀ ਇਸ ਤੋਂ ਨਹੀਂ ਬਚ ਸਕਿਆ। ਬਾਣੀ ਵਿੱਚ ਨਹੀਂ ਲਿਖਿਆ ਰੁੱਤ ਫੇਰੀ ਵਣ ਕੰਬਿਆ। ਪਰ ਆਪਾਂ ਨੂੰ ਡਰ ਕਾਹਦਾ, ਆਪਾਂ ਤਾਂ ਬੈਠੇ ਹੀ ਗੁਰੂ ਘਰੇ ਆ। ਮੂੰਹ ਢਕੇ ਤੋਂ ਬਜ਼ੁਰਗ ਨੇ ਆਖ ਦਿੱਤਾ, ਨਾ ਜੇ ਉਹ ਗਲਤ ਵੀ ਕਰ ਦਿਓ ਫਿਰ ਆਪਣਾ ਕਿਹੜਾ ਜ਼ੋਰ ਹੈ। ਭਾਗ 6ਵਾਂ। ਬਾਪੂ ਜੀ ਕੱਟਾ ਕਿੱਲੇ ਦੇ ਜ਼ੋਰ 'ਤੇ ਤਿੰਗੜਦਾ ਹੁੰਦਾ। ਮੈਨੂੰ ਲੱਗਦਾ ਤੁਸੀਂ ਘਰੋਂ ਕਿੱਲਾ ਪਟਾ ਕੇ ਆਏ ਲੱਗਦੇ ਹੋ, ਜਾਂ ਫਿਰ ਕਿੱਲੇ ਗਵਾ ਕੇ। ਮੇਰੇ ਲਿਫਕੇ ਮਾਰੇ ਤੀਰ ਨੇ ਬਾਪੂ ਦੇ ਮੂੰਹ ਦਾ ਖੇਸ ਲਾਹ ਦਿੱਤਾ। ਆਹ ਕੀ ਗੱਲ ਕਰਤੀ ਕਾਕਾ, ਪੈਲੀ ਤਾਂ ਪਈ ਸੁੰਦੀ ਰਹਿੰਦੀ ਹੈ। ਜੱਟ ਨੂੰ ਸਲਾਮਾ ਕੌਣ ਕਰਦਾ? ਉਹਦੇ ਚਾਰ ਸਿਆੜ ਕਰਕੇ ਜਮਾਨਾ ਪਾਣੀ ਭਰਦਾ। ਨਾਲੇ ਗਾਰੇ ਵਿੱਚ ਥੋੜ੍ਹੀ ਬੰਦਾ ਪਾਣੀ ਵਿੱਚ ਤਰਦਾ। ਕੌਣ ਕਰੂ ਰੀਸਾਂ ਇੰਦਰ ਦੇਵਤੇ ਦੀਆਂ, ਜਿਹੜਾ ਚੰਗੇ ਗੰਦੇ ਥਾਂ 'ਤੇ ਇੱਕੋ ਜਿੰਨਾ ਵਰਦਾ। ਬਾਪੂ ਜੀ ਮੇਰਾ ਮਕਸਦ ਤੁਹਾਡੇ ਨਾਲ ਦਿਲ ਫਰੋਲਣ ਲਈ ਸੀ, ਨਾ ਕਿ ਤੁਹਾਨੂੰ ਦੁਖੀ ਕਰਨ ਵਾਸਤੇ। ਤੁਹਾਨੂੰ ਇਸ ਤਰ੍ਹਾਂ ਗੁਰਦੁਆਰੇ 'ਚ ਵੇਖ ਕੇ ਮੇਰੇ ਮਨ ਵਿੱਚ ਕਈ ਸਵਾਲਾਂ ਨੇ ਉਬਾਲਾ ਖਾਧਾ। ਬਾਪੂ ਜੀ ਅਸੀਂ ਤਾਂ ਤੁਹਾਡੇ ਨਕਸ਼ੇ ਕਦਮ 'ਤੇ ਚੱਲ ਕੇ ਕਾਮਯਾਬ ਹੋਣਾ। ਨਾਲੇ ਬੰਦੇ ਕੋਲ ਇੰਨੀ ਉਮਰ ਕਿੱਥੇ ਕਿ ਉਹ ਹਰ ਕੰਮ ਵਿੱਚ ਆਪ ਹੀ ਟੱਕਰਾਂ ਮਾਰ ਕੇ ਵੇਖੇ, ਉਹਦੇ ਨੂੰ ਭਾਵੇਂ ਧਰੋਂ ਬੁਲਾਵਾ ਆ ਜਾਵੇ। ਕਾਕਾ ਜੇ ਸਾਡੇ ਮਗਰ ਲੱਗੋਂ ਤਾਂ ਭੁੱਖੇ ਨਹੀਂ ਮਰਨ ਦਿੰਦੇ। ਸਾਡੇ ਵੇਰੀ ਤਾਂ ਪੀਪੀ 18 ਹੁੰਦੀ ਸੀ ਜਾਂ ਮਸੀਕਣ, ਤਾਂ ਵੀ ਸਾਲੇ ਚੂਹੇ ਬਿਨਾਂ ਬੈਂਡ ਵਾਜਾਂ ਵਾਲਿਆਂ ਤੋਂ ਭੰਗੜਾ ਪਾਉਂਦੇ ਫਿਰਦੇ ਸਨ।
ਤੁਸੀਂ ਬਥੇਰੇ ਝਾੜ ਲੈ ਕੇ ਵੀ ਭੁੱਖੇ ਮਰਦੇ ਹੋ। ਸਿਆਪਾ ਸਾਲਾ ਸਿਆਣਪ ਦਾ ਹੈ। ਸਾਡੇ ਸਿਰ ਧੌਲੇ ਲੂਣ ਵਾਲਾ ਹੱਥ ਲਾ ਕੇ ਨਹੀਂ ਆਏ, ਧੱਕੇ ਖਾ ਕੇ ਆਏ ਨੇ। ਮੈਂ ਸੋਚਦਾ ਬੋਗਣਿਆ, ਜੇ ਮਹਾਰਾਜ ਉਦੋਂ ਹੀ ਸਾਂਭ ਦਿੰਦਾ ਤਾਂ ਆਹ ਦਿਨ ਦੇਖਣੇ ਨਾ ਪੈਂਦੇ। ਕਦੋਂ ਇੰਨਾ ਆਖ ਮੇਰਾ ਮੂੰਹ ਖੁੱਲ੍ਹਾ ਰਹਿ ਗਿਆ। ਪੁੱਤ ਮੈਂ ਤਾਂ ਕਦੇ ਕੌੜੇ ਪਾਣੀ ਨੂੰ ਮੂੰਹ ਨਹੀਂ ਲਾਇਆ। ਨੇਮ ਲੈ ਲਾ ਜੇ ਆਪਾਂ ਸਵਾਦ ਵੀ ਦੇਖਿਆ ਹੋਵੇ ਤਾਂ। ਸਾਡੇ ਸੀਰੀ ਦਾ ਵਿਆਹ ਆ ਗਿਆ। ਕਹਿੰਦਾ ਬਾਈ ਮੁੱਲ ਦੀ ਕਿੱਥੇ ਵਾਰਾ ਖਾਂਦੀ ਐ, ਘਰੇ ਹੀ ਪਾਣੀ ਦਿੱਤਾ ਕਰ ਲਈਏ। ਮੈਂ ਕਿਹਾ ਜਾਗਰ ਸਿਆਂ ਚਾਹੇ ਕਿੱਡਾ ਵੀ ਵੱਡਾ ਨਾਡੂ ਖਾਂ ਹੋਵੇ, ਵੈਲ ਇੱਕ ਹੀ ਪੁੱਗਦਾ। ਜੇਕਰ ਬੰਦੇ ਦਾ ਪੁੱਤ ਨਾ ਬਣੇ ਤਾਂ ਜੁੱਲ ਵਿਕ ਜਾਂਦੇ ਆ। ਪਰ ਦਿਨ ਤਿਉਹਾਰ 'ਤੇ ਹੂਲਾ ਫੱਕਣਾ ਪੈਂਦਾ, ਨਹੀਂ ਤਾਂ ਜਿਹੜੇ ਰਿਸ਼ਤੇਦਾਰ ਦੀਵਾਲੀ ਵਾਲੇ ਦਿਨ ਵੀ ਪਿੰਡ 'ਚੋਂ ਖਾਲੀ ਬੋਤਲਾਂ ਲੱਭ ਕੇ ਛੁਰਲੀਆਂ ਚਲਾਉਣ ਵਾਸਤੇ ਲਿਆਉਂਦੇ ਆ, ਉਹ ਵੀ ਰੁੱਸ ਜਾਂਦੇ ਆ ਕਿ ਰੁੱਖਾ ਟੁੱਕ ਮੱਥੇ ਮਾਰਿਆ। ਅਸੀਂ ਵਿਆਹ ਆਏ ਆ, ਮਕਾਨ ਨਹੀਂ। ਬਸ ਮੇਰੀ ਹਮੇ ਭਰਨ ਦੀ ਦੇਰ ਸੀ। ਉਹਨੇ ਕਿੱਧਰੋਂ ਢੋਲ ਚੱਕ ਲਿਆਂਦਾ ਅਤੇ ਸਾਡੀ ਹੱਦ ਵਾਲੀ ਮੋਟਰ 'ਤੇ ਘੋਲ ਦਿੱਤਾ। 4 ਕੁ ਦਿਨ ਦਾਰੂ ਸ਼ਕਾਟ ਪੱਟ ਕੇ ਗੁੱਡੇ ਵਾਂਗ ਟੈਗ ਗਈ। ਜਦ ਫੂਕ ਮਾਰੀ ਤਾਂ ਨਾਸਾਂ ਵਿੱਚ ਹਵਾੜ ਵੰਡ ਲੱਗੀ ਤਾਂ ਕਹਿੰਦਾ ਹਨੇਰੇ ਸਵੇਰੇ ਸਰਾਣੇ ਪਿਆ ਮੁਰਦਾ ਸਾਂਭ ਦੇਈਏ। ਮੈਂ ਕਿਹਾ ਵਿਹੜੇ ਲੈ ਜਾ, ਸੱਜਾ ਖੱਬਾ ਕਰਕੇ ਘਰੇ ਕੱਢ ਲਈ। ਬਾਈ ਸਾਡਾ ਪਣਾ ਛੋਟਾ ਹੁੰਦਾ ਹੈ, ਤੁਹਾਡਾ ਜੱਟਾਂ ਦਾ ਡਬਲ ਪਣਾ ਹੁੰਦਾ ਹੈ। ਮਾੜੀ ਮੋਟੀ ਜੀ ਕਿਸੇ ਨੇ ਕਣਸੋ ਕੱਢ ਦਿੱਤੀ ਤਾਂ ਪੁਲਿਸ ਨੇ ਸਾਰੇ ਟੱਬਰ ਦੀਆਂ ਮੁਸ਼ਕਾਂ ਬੰਨ੍ਹ ਲੈਣੀਆਂ। ਜਿਹੜੇ 4 ਛਿਲੜ ਵਿਆਹ ਵਾਸਤੇ ਜੋੜੇ ਆ ਉਹ ਪਤੰਦਰਾਂ ਨੇ ਲੈ ਜਾਣੇ ਆ। ਉੱਪਰੋਂ 71 ਦੀ ਜੰਗ ਲੱਗੀ ਹੈ। ਜਦ ਰਾਤ ਨੂੰ ਟਿਕਟਕਾ ਹੋਇਆ ਤਾਂ ਅਸੀਂ ਡਰਮ ਥੱਲੇ ਜਾ ਝੋਕਾ ਲਾਇਆ। 10 ਕੁ ਬੋਤਲਾਂ ਨਿਕਲੀਆਂ ਸਨ। ਪਤਾ ਨਹੀਂ ਅੱਗ ਮੱਚਦੀ ਵੇਖ ਕਿੱਧਰੋਂ ਜਹਾਜ਼ ਆ ਗਿਆ। ਅੱਗ ਦੀ ਸੇਧ ਲੈ ਕੇ ਉਹਨੇ ਬੰਬ ਸਿੱਟਤਾ। ਸਾਡੇ ਕਰਮਾਂ ਨੂੰ ਬੰਬ ਲਾਗਲੇ ਖੂਹ 'ਚ ਡਿੱਗ ਪਿਆ ਅਤੇ ਖੂਹ ਦਾ ਪਾਣੀ ਛੁਰਲੀ ਵਾਂਗੂ ਚਵਾਰੇ ਜਿੰਨਾ ਉੱਚਾ ਬੁੜਕਿਆ। ਅਸੀਂ ਵਾਖਰੂ ਕਰਦੇ ਲੰਮੇ ਪੈ ਗਏ। ਜਹਾਜ਼ ਦੇ ਮੁੜਦੇ ਫੇਰੇ ਨੂੰ ਅਸੀਂ ਅੱਗ ਬੁਝਾ ਦਿੱਤੀ। ਉਹਨੇ 2-4 ਪੁਆਟਣੀਆਂ ਸਾਡੇ ਉੱਤੋਂ ਦੀ ਲਾਈਆਂ ਅਤੇ ਬਰੰਗ ਲਿਫਾਫੇ ਵਾਂਗੂ ਵਾਪਸ ਮੁੜ ਗਿਆ। ਮਗਰੋਂ ਜਿੰਨਾ ਚਿਰ ਅਸੀਂ ਸਮਾਨ ਸਾਂਭਦੇ ਰਹੇ, ਮੈਂ ਸੀਰੀ ਨੂੰ ਗਾਲਾਂ ਦਾ ਲੰਗਰ ਛਕਾਉਂਦਾ ਰਿਹਾ ਕਿ ਘੁੱਟ ਦਾਰੂ ਪਿੱਛੇ ਸਾਲਿਆ ਅੱਜ ਖੱਖੜੀਆਂ ਕਰੇਲੇ ਕਰਾਤੇ ਸੀ। 10 ਕੁ ਵਰ੍ਹਿਆਂ ਬਾਅਦ ਜਦ ਪਾਣੀ ਦਾ ਰੰਗਾ ਹੇਠਾਂ ਗਿਆ ਤਦ ਅਸੀਂ ਖੂਹ ਡੂੰਘਾ ਕਰਨ ਲੱਗੇ ਤਾਂ ਵਿੱਚੋਂ ਬੰਬ ਨਿਕਲਿਆ। ਤੂੰ ਸਾਡੇ ਫੁੱਲ ਪਾਉਣ ਆਇਆ ਸੀ, ਆ ਜਾ ਤੇਰੇ ਪਾਉਣੇ ਆ। ਉਹ ਅਸੀਂ ਖੇਤ ਕੋਲੋਂ ਲੰਘਦੇ ਸੂਏ ਵਿੱਚ ਜਲ ਪ੍ਰਵਾਹ ਕਰਤਾ। ਜੇ ਪੁੱਤ ਉਸ ਦਿਨ ਕੀਰਤਨ ਸੋਹਲਾ ਪੜ੍ਹਿਆ ਜਾਂਦਾ ਤਾਂ ਆਹ ਦਿਨ ਦੇਖਣੇ ਨਾ ਪੈਂਦੇ। ਕਿਉਂ ਹੁਣ ਕੀ ਹੋ ਗਿਆ? ਗੁਰੂ ਘਰੇ ਚੰਗਾ ਭਲਾ ਰੱਬ ਦਾ ਨਾਂ ਸੁਣ ਰਿਹਾ, ਖੱਟ ਕਮਾ ਲਿਆ। ਜਿਵੇਂ ਕਹਿੰਦੇ ਹੁੰਦੇ ਆ, ਨਿੱਕੇ ਹੁੰਦੇ ਮੱਝਾਂ ਚਾਰੀਆਂ, ਵੱਡੇ ਹੋਏ ਹਲ ਵਾਹਿਆ, ਬੁੱਢੇ ਹੋਏ ਨੇ ਮਾਲਾ ਫੇਰੀ, ਰੱਬ ਦਾ ਲਾਂਭਾ ਲਾਇਆ। ਹੁਣ ਹੋਰ ਪਤਾ ਨਹੀਂ ਤੁਸੀਂ ਕੀ ਵੜੇਵੇਂ ਭਾਲਦੇ ਹੋ। ਬਸ ਇਸੇ ਕਰਕੇ ਧੀਆਂ ਪੁੱਤਾਂ ਦੇ ਨੱਕੋਂ ਬੁੱਲੋਂ ਲੱਥ ਜਾਂਦੇ ਹੋ। ਜਦ ਤੁਹਾਡਾ ਵੇੜਾ ਸੀ ਤੁਸੀਂ ਸ਼ੌਂਕ ਦੇ ਕਬੂਤਰ ਉਡਾਏ। ਹੁਣ ਜਵਾਕਾਂ ਨੂੰ ਖੁੱਲ੍ਹ ਕੇ ਖੇਡਣ ਦਿਓ। ਨਾਲੇ ਬੱਚੇ ਜੇ ਖੰਭਾਂ ਥੱਲਿਓਂ ਕੱਢੇ ਜਾਣ ਫੇਰ ਹੀ ਉਡਾਰ ਹੁੰਦੇ ਹਨ। ਗੁਰੂ ਘਰੇ ਕਿਹੜਾ ਚਾਅ ਨੂੰ ਆਇਆ? ਜਿਹਨੂੰ ਅੱਗਾ ਦੇਂਦਾ ਹੋਵੇ ਨਾ ਪੁੱਤਰਾ, ਫਿਰ ਚਾਹੇ ਗਰੀਬ ਜੱਟ ਦਾ ਪੁੱਤ, ਚਾਹੇ ਛੋਟੀ ਜਾਤ ਦਾ, ਰਿਜ਼ਕ ਮਾਰਾ ਉਹੀ ਸੰਥਿਆ ਲੈ ਕੇ ਪਾਠੀ ਬਣਦਾ। ਮੇਰਾ ਕਿਹੜਾ ਦਿਲ ਕਰਦਾ ਕਿ ਪੈਲਸ ਮੂਹਰੇ ਖੜ੍ਹ ਕੇ ਸ਼ਰੀਕਾਂ ਨੂੰ ਸਲੂਟ ਮਾਰਾਂ। ਜਿਸ ਦਿਨ ਘੜੀ ਵੇਲ ਹੁੰਦੀ ਆ, ਰੱਬ ਨਾਲ ਦੁੱਖ ਸੁੱਖ ਕਰ ਜਾਈਦਾ, ਕਿਉਂਕਿ ਪੁਜਾਰੀ ਭਟਕ ਸਕਦਾ ਹੈ, ਭਗਵਾਨ ਨਹੀਂ। ਫਿਰ ਵੀ ਸ਼ੁਕਰਗੁਜ਼ਾਰ ਹਾਂ, ਮੰਗਤਾ ਨਹੀਂ ਬੰਦ ਦਿੱਤਾ ਰੱਬ ਨੇ। ਜਿੰਨਾ ਚਿਰ ਨੈਣ ਪ੍ਰੈਣ ਕੰਮ ਕਰਦੇ ਆ ਉਹਨਾਂ ਚਿਰ ਗੁਰਦਿਆਲ ਸਿੰਘ ਬੋਗਣੇ ਦਾ ਕਿਸਮਤ ਵਾਲ ਵਿੰਗਾ ਨਹੀਂ ਕਰ ਸਕਦੀ। ਇੱਕ ਤਾਂ ਬਾਪੂ ਸਾਡੇ ਮੁਲਕ ਦਾ ਕਿਸਮਤ ਨੇ ਲਹੂ ਪੀ ਲਿਆ। ਅੰਨੀ ਕੁੱਤੀ, ਲੰਗੜਾ ਸ਼ਿਕਾਰੀ, ਗੰਢੇ ਚੀਰੀ ਬੈਠਾ ਪਟਵਾਰੀ। ਭਲਾ ਦੱਸੋ ਇਹਨਾਂ ਕਦੋਂ ਮੀਟ ਵਿੱਚ ਕੜਛੀ ਮਾਰੀ? ਦਰਅਸਲ ਕਿਸਮਤ ਦਾ ਮਤਲਬ ਇਹ ਹੁੰਦਾ ਕਿ ਕਿਸੇ ਦੀ ਦਿੱਤੀ ਹੋਈ ਮੱਤ 'ਤੇ ਅਮਲ ਕਰਨਾ ਅਤੇ ਤਰ ਜਾਣਾ। ਤੇ ਜੇ ਮੇਰੇ ਵਰਗੇ ਸਿਆਣੇ ਦੇ ਪੁੱਤਰ ਨੂੰ ਕੋਈ ਪੁੱਠੀ ਕਮਾਲੀ ਦੇ ਕੇ ਛੱਡ ਦੇਵੇ ਅਤੇ ਮਗਰੋਂ ਆਖੇ ਅੱਖਾਂ ਮੀਚ ਕੇ ਬੈਠ ਜਾਓ, ਧਰਤੀ ਘੁੰਮਦੀ ਦਿਸੂ, ਅਤੇ ਉਹ ਮੇਰੇ ਵਰਗੇ ਦੀਆਂ ਵੀ ਗੁੱਡੀਆਂ ਘੁਮਾ ਦਿੰਦੇ ਆ। ਬਸ ਕੇਰਾਂ ਕੱਟੇ ਨੂੰ ਰੱਸੇ ਚੱਬਣ ਦੀ ਆਦਤ ਪੈ ਜਾਵੇ, ਫਿਰ ਭਾਵੇਂ ਰੱਸੇ ਨੂੰ ਗੋਹਾ ਲਾ ਦਿਓ, ਉਹ ਨਹੀਂ ਹਟਦਾ। ਮੇਰੇ ਨਾਲ ਵੀ ਇੱਦਾਂ ਹੀ ਹੋਇਆ। ਸ਼ੀਰਾ ਵਗਿਆ ਜਿਵੇਂ ਪੁੰਨਿਆਂ ਦਾ ਚੰਨ ਬੱਦਲਾਂ ਨਾਲ ਲੁਕਣ ਮਿਚੀ ਖੇਡ ਰਿਹਾ ਹੋਵੇ, ਇੰਜ ਬਾਬਾ ਮੇਰੇ ਨਾਲ ਖੇਡ ਰਿਹਾ ਸੀ। ਮੈਥੋਂ ਰਿਹਾ ਨਾ ਗਿਆ। ਬਾਬਾ ਜੀ ਜਾਂ ਤਾਂ ਤੱਕਲੇ ਵਾਂਗੂ ਸਿੱਧੇ ਹੋ ਜਾਓ। ਤੁਹਾਨੂੰ ਪਤਾ ਵਿੰਗਲੇ ਤੱਕੜੇ ਅਤੇ ਗਲੋਟੇ ਨਹੀਂ ਕੱਤੇ ਜਾਂਦੇ। ਐਵੇਂ ਮਰੇ ਸੱਪ ਵਾਂਗੂ ਵਿੱਚੇ ਵਿੱਚ ਵਿਆਹ ਘੋਲਣ ਦਾ ਕੀ ਫਾਇਦਾ? ਪੁੱਤਰਾ ਤੂੰ ਜ਼ਰੂਰ ਕਿਸੇ ਚੰਡੇ ਹੋਏ ਬੰਦੇ ਦਾ ਚੰਡਿਆ ਲੱਗਦਾ। ਮੈਂ ਵੀ ਤੇਰੇ ਵਰਗੇ ਨੂੰ ਆਪਣਾ ਹਾਲ ਸੁਣਾ ਕੇ ਢਿੱਡ ਦਾ ਗਬਾਰ ਜ਼ਰੂਰ ਕੱਢੂੰਗਾ। ਆ ਜਾ ਪੁੱਤ, ਨਵੇਕਲੇ ਜਿਹੇ ਹੋ ਕੇ ਬੈਠਦੇ ਹਾਂ।
ਐਡੀ ਛੇਤੀ ਸਾਰੀ ਜ਼ਿੰਦगी ਦਾ ਨਿचोड़ ਫੇ नहीं पत्तन नहीं पट्टिया जाना। पुत्रा मैं कदे कदे सोचदा कि किधरे गाहे बगाहे कीड़े दे भौण ते सुआह तां नहीं पा बैठा ਜਿਹੜੀਆਂ ਬੋਗਣੇ ਨੂੰ ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈ ਗਈਆਂ। ਅਸੀਂ ਦੋਵੇਂ ਭਰਾ ਨਵੇਕਲੇ ਜਿਹੇ ਹੋ ਕੇ ਬੈਠ ਗਏ। ਬਾਬੇ ਨੇ ਆਪਣੀ ਜ਼ਿੰਦਗੀ ਦੀ ਗਾਂਧੀ ਨਾਲ ਜੁੜਿਆ ਹੋਇਆ ਬਲਦ ਹੱਕ ਦਿੱਤਾ। ਪੁੱਤਰਾ ਮੈਂ ਤੈਨੂੰ ਆਪਣੇ ਪਿੰਡ ਦਾ ਨਾਂ ਨਹੀਂ ਦੱਸਦਾ, ਸਮਝ ਲੈ ਮਾਲਵੇ ਦਾ ਕੋਈ ਘੁੱਗ ਵਸਦਾ ਪਿੰਡ ਹੈ। ਪਿਓ ਦਾਦਾ ਜੱਦੀ ਪੁਸ਼ਤੀ ਖੇਤੀਬਾੜੀ ਦਾ ਕੰਮ ਸਿਖਾ ਕੇ ਆਪ ਪਿੱਛੇ ਹਟ ਗਿਆ ਤੇ ਆਪਾਂ ਵੀ ਡਟ ਕੇ ਕੰਮ ਦੀ ਭੰਬੀਰੀ ਬਣਾ ਦਿੱਤੀ। ਘਰ ਦੇਸੀ ਗਾਵਾਂ ਹੋਣੀਆਂ ਤੇ ਉਹਨਾਂ ਦੇ ਜਾਏ ਘਿਓ ਦੇ ਕੇ ਪਾਲਣੇ। ਜਗਰਾਵਾਂ ਦੀ ਮੰਡੀ ਵਿੱਚੋਂ ਕਈ ਵਾਰ ਨਗੌਰੀ ਵੀ ਲੈ ਆਉਣੇ। ਉਹਨਾਂ ਦੇ ਗਲ ਗਾਨੀਆਂ ਘੰਗਰਾਲਾਂ ਦੇ ਪੈਰੀ ਪਜੇਬਾਂ ਪਾ ਕੇ ਸ਼ਿੰਗਾਰ ਕੇ ਰੱਖਣੇ। ਜਦ ਸੱਥਵਾਲ ਦੀ ਲੰਘਣਾ ਤਦ ਉਹਨਾਂ ਦੀ ਦੂਰੋਂ ਪੈੜ ਚਾਲ ਸਿਆਣ ਕੇ ਲੋਕਾਂ ਨੇ ਲੱਖਣ ਲਾ ਲੈਣਾ ਵੀ ਆਹ ਤਾਂ ਗਰਦਿਆਲ ਬੋਗਣਾ ਆ ਰਿਹਾ। ਬੇਸ਼ੱਕ ਮੇਰੇ ਹਾਣੀ ਗਊ ਦੇ ਜਾਇਆਂ ਦੇ ਪੱਟਾਂ ਵਿੱਚ ਆਰ ਚੋਭ ਕੇ ਭਜਾਉਂਦੇ ਸੀ, ਪਰ ਮੈਂ ਕਦੇ ਉਹਨਾਂ ਦੀ ਪੂਛ ਮਰੋੜ ਕੇ ਜਲੇਬੀ ਵੀ ਨਹੀਂ ਸੀ ਬਣਾਈ। ਮੇਰੇ ਪੁੱਤਰਾਂ ਵਾਂਗ ਪਾਲੇ ਲਾਖੇ ਸਾਵੇਂ ਖੀਰੇ ਦੋਂਦੇ ਚੌਗੇ ਮੇਰੀ ਰਮਜ ਸਮਝਦੇ ਸਨ। ਅੱਜ ਵੀ ਉਹ ਮੇਰੇ ਦਿਮਾਗ ਵਿੱਚ ਘੋਰਨਾ ਬਣਾਈ ਬੈਠੇ ਆ। ਪੁੱਤਾਂ ਨੇ ਵੱਡੇ ਹੋ ਕੇ ਕਮਾਈ ਕਰਨੀ ਹੈ, ਪਰ ਇਹ ਤਾਂ ਖੀਰੇ ਹੀ ਜੂਲੇ ਥੱਲੇ ਕੰਨਾਂ ਦੇ ਦਿੰਦੇ ਆ। ਆਪਣਾ ਪਹਿਲੇ ਦਿਨੋਂ ਹੀ ਸੁਭਾਅ ਸਾਧੂ ਬਿਰਤੀ ਵਾਲਾ ਹੈ। ਇਸੇ ਕਰਕੇ ਮੈਂ ਬਾਬੇ ਨਾਨਕ ਨੂੰ ਯਾਦ ਕਰਨ ਵਾਲੇ ਦਾ ਪੱਕਾ ਆੜੀ ਹਾਂ। ਕੇਰਾਂ ਇੱਕ ਸਾਧੂ ਮਾਘ ਮਹੀਨੇ ਵਿੱਚ ਪ੍ਰਭਾਤ ਫੇਰੀ ਪਾਉਣ ਆ ਗਿਆ। ਬੀਹਾਂ ਵਿੱਚ ਬਾਣੀ ਗਾਉਂਦੇ ਫਿਰਦੇ ਨੂੰ ਮੈਂ ਸੱਦ ਲਿਆ। ਚਾਹ ਪਾਣੀ ਛਕਣ ਤੋਂ ਬਾਅਦ ਉਹਨੇ ਗਰਮ ਵਸਤਰ ਮੰਗ ਲਏ। ਮੈਂ ਅਲੱਗ ਸੂਟ ਤੇ ਖੇਸ ਉਹਦੇ ਹਵਾਲੇ ਕਰ ਦਿੱਤਾ। ਬਸ ਜਾਂਦਾ ਜਾਂਦਾ ਉਹ ਮੈਨੂੰ ਪਸ਼ੂਆਂ ਦੀਆਂ ਬਿਮਾਰੀਆਂ ਦੇ ਕਈ ਨੁਕਸੇ ਦੱਸ ਗਿਆ। ਹੁਣ ਆਪਾਂ ਸਫਲ ਕਿਸਾਨ ਦੇ ਨਾਲ ਸਲੋਤਰੀ ਬਣ ਗਏ। ਨਾਲੇ ਤਕੀਦ ਕਰ ਗਿਆ ਕਿ ਇਲਾਜ ਦੀ ਕਿਸੇ ਕੋਲੋਂ ਪੰਜੀ ਨਹੀਂ ਲੈਣੀ। ਫੇਰ ਨਾ ਆਖੀ ਆਰਾਮ ਨਹੀਂ ਆਇਆ। ਕਈ ਟੂਣੇ ਬਸ ਸੇਵਾ ਸਮਝ ਕੇ ਹੀ ਕਰਨੇ ਆ, ਨਹੀਂ ਫੁਰਨੇ ਨਹੀਂ। ਉਸ ਦਿਨ ਤੋਂ ਮਗਰੋਂ ਆਪਾਂ ਦਿਨ ਰਾਤ ਨਾ ਵੇਖਿਆ। ਜਿਹਨੇ ਜਦ ਸੱਦਿਆ ਆਪਾਂ ਤੁਰ ਪਏ। ਗੱਲ ਕੀ ਆਪਾਂ ਪੈਰ ਜੁੱਤੀ ਨਾ ਪਾਈ। ਗੁਰੂ ਦਾ ਮੇਰੇ ਤੇ ਪਹਿਲਾਂ ਹੀ ਦਿਆਲ ਸੀ। ਵੈਦਬਾਨ ਨਾਲ ਹੋਰ ਗੁਣ ਆ ਗਏ। ਇਸੇ ਕਰਕੇ ਲੋਕ ਮੈਨੂੰ ਬੌਗਣਾ ਆਖਣ ਲੱਗ ਪਏ। ਪਸ਼ੂ ਤਾਂ ਬੰਦੇ ਦੇ ਖੰਭ ਹੁੰਦੇ ਹਨ, ਇਹਨਾਂ ਆਸਰੇ ਬੰਦਾ ਉੱਡਿਆ ਫਿਰਦਾ। ਕਈ ਵਾਰੀ ਕਿਸੇ ਪਾਸੇ ਹੱਥ ਨਾ ਆੜੇ ਤਾਂ ਬੰਦਾ ਡੰਗਰ ਵੱਛਾ ਵੇਚ ਕੇ ਡੰਗ ਸੌਖਾ ਕਰ ਲੈਂਦਾ। ਦੁੱਖ ਤਕਲੀਫਾਂ ਇਹਨਾਂ ਉੱਪਰ ਵੀ ਆਉਂਦੀਆਂ, ਪਰ ਬੇਜ਼ਬਾਨੇ ਹੋਣ ਕਾਰਨ ਬੋਲ ਕੇ ਨਹੀਂ ਦੱਸ ਸਕਦੇ। ਸਮਾਂ ਹੀ ਅਜਿਹਾ ਆ ਗਿਆ ਕਿ ਮਾੜਾ ਜਿਹਾ ਕਿਸੇ ਕੋਲ ਗਾਉਣ ਆ ਗਿਆ, ਅਗਲਾ ਢੁੰਡਰ 'ਤੇ ਮੱਖੀ ਨਹੀਂ ਬੈਠਣ ਦਿੰਦਾ। ਉਦੋਂ ਹੀ ਤੁੰਮੇ ਵਰਗਾ ਕੌੜਾ ਹੋ ਜਾਂਦਾ ਹੈ। ਪਰ ਆਪਾਂ ਨੂੰ ਵਡਿਆਈ ਕਰਨ ਦੀ ਆਦਤ ਨਹੀਂ। ਦੌਦਰ ਵਾਲਿਆਂ ਦੀ ਮੱਝ ਦੀ ਪੂਛ ਨੂੰ ਬਾਹਮਣੀ ਲੱਗ ਗਈ। ਬਸ ਘੇਰੇ ਲੋਟ ਪੂਛ ਚੱਕੀ ਆਵੇ। ਡਾਕਟਰ ਕਹਿੰਦੇ ਵੱਢ ਕੇ ਦਾਗਣੀ ਪਊ। ਉਹਨਾਂ ਦਾ ਬੁੜਾ ਕਹਿੰਦਾ ਬੋਗਣੇ ਨੂੰ ਦਿਖਾ ਲਓ। ਮੈਂ ਛੱਤ ਕਰਦਾ ਬਾਹਮਣੀ ਲੱਗੀ ਆ। ਡਾਕਟਰ ਨੇ ਹੱਸ ਕੇ ਬਾਪੂ ਨੂੰ ਕਿਹਾ ਬਾਹਮਣੀ ਖੀਰ ਕੜਾਹ ਛਕਦੀ ਆ, ਮਾਸ ਨਹੀਂ ਖਾਂਦੀ, ਅਤੇ ਅੰਗਰੇਜ਼ੀ ਵਿੱਚ ਬਿਮਾਰੀ ਦਾ ਨਾਂ ਦੱਸ ਕੇ ਤੁਰ ਗਿਆ। ਦਿਨ ਛਪਾਉਣ ਵਾਲੇ ਮੁੰਡੇ ਮੈਨੂੰ ਨਾਲ ਲੈ ਗਏ। ਅਸੀਂ ਮੱਝ ਦਸਾਂਗੀ ਟਾਹਲੀ ਨਾਲ ਨੂੜ ਲਈ। ਦੇਸੀ ਬੇਰੀ ਦੇ 7 ਕੰਡੇ ਮੈਂ ਮੰਤਰ ਮਾੜ ਪੜ੍ਹ ਕੇ ਬਾਹਮਣੀ ਦੇ ਉੱਪਰ ਘੇਰੇ ਲੋਟ ਹੀ ਨੱਪ ਦਿੱਤੇ। ਮੱਝ ਦਾ ਚੌਰ ਬਚ ਗਿਆ। ਜਿੱਥੇ ਕਿਤੇ ਵੀ ਉਹਨਾਂ ਦਾ ਬੁੜਾ ਮਿਲਿਆ ਕਰੇ ਹੱਸ ਕੇ ਕਿਹਾ ਕਰੇ ਵੈਦਾ ਤੇਰਾ ਧੰਨਵਾਦ, ਮੱਝ ਦੀ ਪੂਛ ਬਚਾ ਦਿੱਤੀ। ਨਹੀਂ ਤਾਂ ਵਿਚਾਰੀ ਜਿੰਨੀ ਵਾਰ ਵੇਖਦੀ ਪੱਖੇ ਦੇ ਪੈਸੇ ਪਹਿਲਾਂ ਛੱਡਣੇ ਪੈਣੇ ਸੀ ਮੱਖੀਆਂ ਉਡਾਉਣ ਵਾਸਤੇ। ਕੇਰਾ ਮੂਰਤ ਵਰਗੀ ਬਾਬੇ ਨਾਜਰ ਦੀ ਝੋਟੀ ਨੂੰ ਸਰਨ ਹੋ ਗਈ। ਤੁਰਨ ਲੱਗੀ ਪੈਰ ਝਣਕ ਕੇ ਤੁਰੇ। ਮੇਰੇ ਕੋਲ ਆਏ ਤੇ ਫਿੱਸ ਪਏ ਵੀ ਝੋਟੀ ਨੂੰ ਆਹ ਵਿੱਜ ਪਈ ਆ, ਕੋਡੀਆਂ ਖੋਟੀ ਹੋਈ ਪਈ ਆ। ਜਦ ਮੈਂ ਜਾ ਕੇ ਦੇਖਿਆ ਵਾਕਿਆ ਝੋਟੀ ਦੇ ਸਿੰਘਾਂ ਵਿੱਚ ਦੀ ਰੁਪਈਆ ਨਾ ਲੰਘੇ। ਬਸ ਮੇਰਾ ਇਸ਼ਾਰਾ ਮਿਲਣ 'ਤੇ ਉਹਨਾਂ ਝੋਟੀ ਢਾਹ ਲਈ। ਮੈਂ ਕੁੱਲੇ ਕੋਲੋਂ ਪਛਨੇ ਨਾਲ ਟੱਕ ਲਾ ਕੇ ਉਹ ਨਾੜ ਲੱਭ ਲਈ ਜਿਹਦੇ ਵਿੱਚ ਹਵਾ ਭਰਦੀ ਸੀ ਅਤੇ ਉਹਦੀ ਹਵਾ ਕੱਢ ਦਿੱਤੀ। 4 ਦਿਨ ਉਹਨਾਂ ਹਲਦੀ ਕਲਕਾ ਕੇ ਲਾ ਛੱਡੀ। ਝੋਟੀ ਵਿਹੜੇ ਵਿੱਚ ਐਂ ਦੜੰਗੇ ਮਾਰਦੀ ਫਿਰਿਆ ਕਰੇ ਜਿਵੇਂ ਕਮਲੇ ਨੇ ਭੰਗ ਪੀਤੀ ਹੋਵੇ। ਤਾਜ਼ੀ ਪੁੱਟੀ ਢਾਬ ਤੋਂ ਸਾਰਾ ਪਿੰਡ ਪਸ਼ੂ ਨਹਾਉਣ ਪਿਲਾਉਣ ਵਾਸਤੇ ਜਾਇਆ ਕਰੇ। ਸ਼ਾਮੋਂ ਤੇਲਣ ਦੀ ਦਿਹਾੜੇ 'ਤੇ ਲਈ ਝੋਟੀ ਦਾ ਪਿੰਡਾ ਬਗਾਨਾ ਤੇਲ ਚਾਰਿਆ ਕਰਕੇ ਲਿਸ਼ਕੋਰਾ ਮਾਰੇ। ਘਰੋਂ ਨਿਕਲਦੀ ਦੇ ਕੁਦਰਤੀ ਘੜਾਪਾ ਮੱਥੇ ਲੱਗ ਗਿਆ। ਉਹਦੀ ਅਜਿਹੀ ਚੰਦਰੀ ਨਜ਼ਰ ਝੋਟੀ ਨੂੰ ਲੱਗੀ। ਢਾਬ ਉੱਤਰ ਲੱਗੀ ਦੇ ਪੈਰ ਉਖੜ ਗਏ ਅਤੇ ਨਾਲ ਹੀ ਛਾਪ ਉਤਰ ਗਈ। ਸਾਰੇ ਰਾਹ ਉਹ ਸਲੋਕ ਸੁਣਾਉਂਦੀ ਆਉਂਦੀ ਨੇ ਮਸਾਂ ਲਿਆ ਕੇ ਝੋਟੀ ਘਰ ਵਾੜੀ। ਕੋਈ ਕੁਝ ਆਖੇ ਕੋਈ ਕੁਝ। ਵਿੱਚੋਂ ਕਿਸੇ ਨੇ ਮੇਰੀ ਦੱਸ ਪਾਈ ਭਾਈ ਉਹਨੂੰ ਲੈ ਆਓ। ਅਗਾਂਹ ਪਿਛਾਂਹ ਕਰਦੇ ਝੋਟਾ ਹੰਭ ਜਾਂਦਾ। ਬਹੁਤੇ ਬੰਦੇ ਮੱਝ ਨਵੇਂ ਦੁੱਧ ਨਹੀਂ ਹੋਣ ਦਿੰਦੇ। ਮੇਰੇ ਜਾਣ ਤੋਂ ਪਹਿਲਾਂ ਦਾਰਾ ਬੈਠਾ ਬਈ ਮੁਰਗਾ ਦੇ ਬੋਤਲ ਲਿਆਓ, ਝੋਟੀ ਦਾ ਨਾਨਕੇ ਮੇਲ ਵਾਂਗੂ ਨੱਚਣ ਲਾ ਦਿਓ। ਮੁੰਡਿਓ ਬਾਹਾਂ ਦੀਆਂ ਫਟੀਆਂ ਬਣਾਓ ਇਹਦੀ ਲੱਤ ਨਾਲ,
मैथों रिहा ना गया, क्यों दारिया, अकल मगर डांगा चुकी फिरदा। ये बंदा नहीं पशु है, इन्हें बैठण उठण विच विचार थोड़ी करनी है। एक खुड विच दो सप नहीं रह सकते। विओ घोलदा वो आप तुर गया। लिया ताई मुंज दा पिन्ना चौके, नाले कोई टाकी लै आई। ਪਹਿਲਾਂ ਗਿੱਬੀ ਤੇ टाकी बन के मगरों टाइट करके वाण की रस्सी घेरे लोट लपेट दी, उत्ते पानी पा दिता। बस 4 दिन पानी पाउंदे रहा करिओ। जद मुंज की घोट चढ़ू, इन्हें लत्त नूं झणका मारना तो छाप आपे चढ़ जाऊ। मगरों उही झोटी बाहर अंदर छड्डी ऐ भज्या करे जिवें विआह वाले घरे नैण। लै पुੱਤ मैं तो अपनी ही तोड़ के बैठ गया, तूं तो विआह आया, घर जाके तैयार होना होऊ, तेरे संगी उड़ीकदे होने आ। मेरा की है, रोज़ अमृत वेले दर्शन करन आउंदा, बाकी सवेरे दुख सौख कर लांगे। बापू नाल दे हाले मूधे पए आ, किहड़ा ज धारां चोणीਆਂ। मेरी अख खुल गई सी। नाले हाले तू रांझे वांगू मੱਝਾਂ ਸਾਂਭਦਾ ਫਿਰਦਾ। ਰਾਂਝੇ ने हाले गोरखनाथ के टिल्ले ते जाना है, जोगी बन के हीर दे सौहरी रंगपुर खेड़े बौड़ना। शेरा बग्या रब तो डर के कहंदा, इलाजां दे टोटके तां मैनूं नहीं पता मेरे कोल किन्ने आ, पर 2 चीज़ां अपने कोल कदों मुक्कन नहीं दित्तियां। एक रत्तियां, ਪਹਿਲਾਂ ਸੁਨਿਆਰੇ इन्हां नाल सोना तोलदे सी, एक तोले विच 96 रत्तियां हुंदियां, ते दूसरा शिकलियां। रत्तियां लाल ते काले रंग दीयां हुंदियां। ਜਿਹੜੇ पशु के ਜ਼ਖਮਾਂ ਵਿੱਚ कीड़े पै जाण, ਉਹ पशु ਨੂੰ हिसाब ਦੇ ਨਾਲ ਭੰਨ ਕੇ ਦੇ ਦਿਓ, ਨਾਲੇ कीड़े मर ਜਾਂਦੇ ਆ, ਨਾਲੇ ਖੁੱਡ ਬੰਦ ਹੋ ਜਾਂਦੀ ਹੈ। ਬਾਕੀ ਲੋਕਾਂ ਦੇ ਖਰਚੇ ਵਧਾਏ ਆ, ਘੁੱਟੋ ਘੁੱਟ ਦੁੱਧ ਡੈਰੀ ਪਾ ਦਿੰਦੇ ਆ। ਕੱਟੇ ਵੱਛੇ ਭੁੱਖੇ ਮਰਦੇ ਮਿੱਟੀ ਨੂੰ ਮੂੰਹ ਮਾਰ ਲੱਗ ਜਾਂਦੇ ਆ, ਉਹਨਾਂ ਨੂੰ ਮਿੱਟੀ ਖਾਣ ਤੋਂ ਰੋਕਣ ਲਈ ਛਿਕਲੀ ਚੜਾਉਣੀ ਪੈਂਦੀ ਆ। ਬਾਪੂ ਜੀ ਅੱਜ ਕੱਲ੍ਹ ਕਿਹੜੀ ਚੀਜ਼ ਅਸਲੀ ਰਹਿ ਗਈ ਆ? ਸਭ ਪਾਸੇ ਛਲ ਕਪਟ, ਰਿਸ਼ਤੇ ਨਾਤੇ ਸਭ ਮਾਤਵਲ ਪ੍ਰਸਤੀ ਆ। ਜੇ ਡੰਗਰ ਨੇ ਦੁੱਧ ਦੇ ਦਿੱਤਾ ਤਾਂ ਥਾਪੀ ਦੇ ਕੇ ਉੱਠਦੇ ਆ, ਨਹੀਂ ਤਾਂ ਫਿਰ ਜਾਤੂ ਉੱਤੇ ਟੁੱਟਦਾ। ਗੱਲ ਤੇਰੀ ਸਹੀ ਆ ਪੁੱਤਰਾ, ਲੋਕਾਂ ਦਾ ਕੋਈ ਦੀਨ ਧਰਮ ਨਹੀਂ ਰਹਿ ਗਿਆ। ਇਹੋ ਜਿਹਾ ਮੁੱਲ ਦਾ ਦੁੱਧ ਮਿਲਦਾ ਜਿਹੋ ਜਿਹਾ ਅਸੀਂ ਬੂਹੇ ਪਏ ਕੁੰਡੇ ਵਿੱਚ ਅਵਾਰਾ ਲੁੱਟਰ ਕੁੱਤਿਆਂ ਨੂੰ ਅੰਗਾਲ ਪਾਉਂਦੇ ਸੀ। ਜਿਹੜਾ ਆਪਣੇ ਦੁੱਧ ਪੁੱਤ ਨਾਲ ਬੇਈਮਾਨੀ ਕਰ ਲੱਗ ਜਾਵੇ, ਉਹ ਵੀ ਕੋਈ ਬੰਦਾ? ਦੋਜੀ ਬਣ ਗਏ ਦੋਜੀ। ਇਕੱਲੇ ਕੱਟੇ ਨੂੰ ਮਣ ਦੁੱਧ ਦਾ ਭਾਅ ਦੀ ਗੱਲ ਨਹੀਂ, ਹੁਣ ਕੱਟਿਆਂ ਨੂੰ ਨਸੀਬ ਨਹੀਂ ਹੁੰਦਾ। ਕੋਈ ਡੰਗਰ ਖਾ ਲੂ ਆਪਣੇ ਆਪ ਨੂੰ, ਬੇਸੂਏ ਕਰਕੇ ਤਦੇ ਹੀ ਹਰ ਚੀਜ਼ ਨੂੰ ਮੂੰਹ ਮਾਰਦੇ ਆ, ਤੇ ਬਚਾਅ ਵਾਸਤੇ ਛਿਕਲੀ ਚਾੜਨੀ ਪੈਂਦੀ ਆ। ਮੇਰੇ ਘਰ ਵਾਲੀ ਕਲਪਦੀ ਮਰ ਗਈ, ਬਥੇਰਾ ਭਲਾ ਕੀਤਾ ਸੀ ਬਾਬੇ ਨਾਨਕ ਨੇ। ਤੂੰ ਕਿਹਦਾ ਪਾਣੀ ਹਾਰ ਹੈ? ਦੁਨੀਆ ਉਹਦੇ ਆਖੇ ਨਹੀਂ ਲੱਗੀ, ਥਾਂ ਥਾਂ ਮੱਥੇ ਰਗੜਦੀ ਫਿਰਦੀ ਆ। ਅੱਜ ਬਾਬਾ ਨਾਨਕ ਆ ਕੇ ਭਾਵੇਂ 16 ਦਾਸੀਆਂ ਕਰ ਲਵੇ, ਵਹਿ ਮਹੀਨੇ ਵੱਧ ਗਏ ਆ ਤਾਂ ਵੀ ਦੂਰ ਨਹੀਂ ਹੋਣੇ। ਜੇ ਤੂੰ ਕਾਸੀ ਜੋਗਾ ਹੋਵੇਂ ਤਾਂ ਸੋਨੇ ਦੀਆਂ ਕੰਧਾਂ ਕੱਢ ਲੈਂਦਾ, ਮੁਫਤ ਲੋਕਾਂ ਤੋਂ ਚੰਮ ਲਵਾਉਂਦਾ ਫਿਰਦਾ। ਬਥੇਰਾ ਭਰਾ ਕਰ ਲਿਆ, ਹੁਣ 4 ਛਿੱਲੜ ਮੰਗ ਲਿਆ ਕਰ।